ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਨਾਏ ਜੀਓ। ਮੈਂ ਆਸਾ ਰੱਖੀ ਚਿਤ ਮੈਂ, ਮੇਰਾ ਸਭ ਦੁੱਖ ਗਵਾਏ ਜੀਓ। ਆਵੋ ਸਜਣਾ ਹਉ ਦੇਖਾਂ ਦਰਸ਼ਨ ਤੇਰਾ ਰਾਮ। ਘਰ ਆਪਨੜ ਹੈ ਮੈਂ ਖੜੀ ਤੱਕਾਂ। ਮਹਿਮਾਨ ਚਾਓ ਕਨੇਰਾ ਰਾਮ। ਵਾਹਿਗੁਰੂ 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 ਵਾਹਿ ਜੀਓ। ਹੇ ਸਤਿਗੁਰ ਜੀ, ਆਪ ਜੀ ਦਾ ਬੇਅੰਤ ਕੋਟਾਨ ਕੋਟ ਸ਼ੁਕਰ ਹੈ। ਆਪ ਜੀ ਨੇ ਪ੍ਰੇਰਣਾ ਕੀਤੀ, ਅਸੀਂ ਉਦਮ ਕੀਤਾ। ਆਪ ਜੀ ਨੇ ਆਪਣੀ ਸ਼ਰਨ ਵਿੱਚ ਬਿਠਾਇਆ। ਆਪ ਜੀ ਵੱਲੋਂ ਬਖਸ਼ ਕੀਤਾ ਹੋਇਆ ਉਪਦੇਸ਼, ਜਿਸ ਨੂੰ ਸਰਵਣ ਕਰਨ ਵਾਸਤੇ ਅਸੀਂ ਆਪਣਾ ਮਨ ਤੇ ਤਨ ਆਪ ਜੀ ਦੇ ਅੱਗੇ ਭੇਟਾ ਕਰਕੇ ਬੈਠੇ। ਆਪ ਬਖਸ਼ਿਸ਼ ਕਰੋ, ਸੋਝੀ ਕਰਵਾਓ, ਤਾਂ ਜੋ ਇਸ ਭਵ ਸਾਗਰ ਦੇ ਵਿੱਚੋਂ ਪਾਰ ਨਿਸਤਾਰਾ ਹੋ ਸਕੇ। ਐਸੀ ਹੀ ਇੱਕ ਆਤਮਾ ਜੋ ਕਿਸੇ ਵੇਲੇ ਆਪਣੇ ਹੀ ਨਿੱਜ ਸਰੂਪ ਦੇ ਵਿੱਚ ਉਸ ਪਰਮ ਆਨੰਦ ਦੇ ਵਿੱਚ ਇੱਕ ਰਸ ਜੁੜੀ ਬੈਠੀ। ਔਰ ਉਸ ਘਰ ਦੇ ਅੰਦਰ ਬੇਅੰਤ ਉਸ ਵਰਗੀਆਂ ਹੀ ਆਤਮਾਵਾਂ ਸ਼ੁੱਧ ਇੱਕ ਟਿਕਾ ਦੇ ਅੰਦਰ ਪ੍ਰਸੰਨ ਆਭਾ
ਆਨੰਦ ਰਸ ਨੂੰ ਮਾਣ ਰਹੀ ਹੈ। ਉਸ ਆਤਮਾ ਨੇ ਆਪਣੇ ਅੰਦਰੋਂ ਹੀ ਇੱਕ ਫੁਰਨਾ ਪੈਦਾ ਕੀਤਾ, ਸ਼ਬਦ ਪੈਦਾ ਕੀਤਾ, ਵਾਓ ਪੈਦਾ ਹੋਈ ਕਿ ਰਾਜੇ ਰਾਮ ਤੋਂ ਰਾਮ ਬਣ ਗਿਆ। ਭਾਵ ਕਿ ਹਿਰਦੇ ਦੇ ਅੰਦਰ ਇੱਕ ਨੀਂਦ ਵਰਗੀ ਪਿਰਤ ਜੰਮੀ, ਕੁਛ ਆਪਣੇ ਆਪ ਨੂੰ ਸਮਝਣਾ ਸ਼ੁਰੂ ਕੀਤਾ ਕਿ ਮੈਂ ਵੀ ਕੁਛ ਹਾਂ। ਜਿਸ ਵੇਲੇ ਰਾਜੇ ਰਾਮ ਤੋਂ ਰਾਮ ਬਣਿਆ, ਰਾਮ ਬਣਨ ਦੀ ਦੇਰ ਸੀ ਤੇ ਫਿਰ ਅਕਲ ਪੈਦਾ ਹੋ ਗਈ। ਅਕਲ ਦੇ ਅੰਦਰ ਫੁਰਨਾ ਉੱਠਿਆ, ਮਨ ਪੈਦਾ ਹੋ ਗਿਆ। ਫਿਰ ਉਸ ਪ੍ਰਾਤਮਾ ਦੀ ਉਹ ਅਵਸਥਾ ਨਹੀਂ ਰਹੀ। ਫਿਰ ਮਾਇਆ ਦੀ ਖੇਡ ਚੱਲ ਪਈ। ਮਾਇਆ ਕੋਈ ਬਾਹਰੋਂ ਨਹੀਂ ਆਈ, ਮਾਇਆ ਹਰ ਇੱਕ ਦੇ ਹਿਰਦੇ ਦੇ ਅੰਦਰ ਹੀ ਹੈ। ਭਰਮ ਹਰ ਇੱਕ ਦੇ ਹਿਰਦੇ ਦੇ ਅੰਦਰ ਹੈ। ਮਾਇਆ ਬ੍ਰਹਮ ਰਮੈ ਸਦ ਸੰਗ, ਉਹਦੇ ਅੰਦਰ ਹੀ ਹੁੰਦੀ ਹੈ। ਹੁਣ ਉਹੋ ਜੀਆਂ ਆਤਮਾਵਾਂ ਪਤਾ ਨਹੀਂ ਕਿੰਨੀਆਂ ਕੁ ਸੀ, ਜਿਨ੍ਹਾਂ ਨੂੰ ਸਾਨੂੰ ਗੁਰਬਾਣੀ ਸੋਝੀ ਦਿੰਦੀ ਹੈ। ਪਹਿਲ ਪੁਰੀਏ ਪੁੰਡਰਕ ਵਨਾ, ਤਾਂਚੇ ਹੰਸਾ ਸਗਲੇ ਜਨਾ, ਕਿ ਸਭ ਤੋਂ ਪਹਿਲਾਂ ਸਾਰੇ ਹੀ ਸ਼ੁੱਧ ਸਰੂਪ ਸਨ, ਰਾਜੇ ਰਾਮ ਸਨ। ਸਗਲੇ ਜਨਾ ਬਹੁਤ ਜ਼ਿਆਦਾ, ਸਭ ਤੋਂ ਪਹਿਲਾਂ ਪਹਿਲ ਪੁਰੀਏ ਪੁੰਡਰਕ ਬਨਾ, ਤਾਂਚੇ ਹੰਸਾ, ਸਾਰੇ ਹੀ ਸ਼ੁੱਧ ਸਰੂਪ ਸਨ। ਫਿਰ ਕੀ ਹੁੰਦਾ? ਕ੍ਰਿਸ਼ਨਾ ਤੇ ਜਾਨੂ ਹਰ ਨਾਚਾਤੀ ਨਾਚਨ। ਫਿਰ ਕ੍ਰਿਸ਼ਨਾ ਜਦੋਂ ਭਰਮ ਅੰਦਰ ਪੈਦਾ ਹੋਇਆ, ਕਾਲਸ ਪੈਦਾ ਹੋਇਆ, ਫਿਰ ਗੋਪੀ ਜਨਾ। ਫਿਰ ਗੋਪੀ ਜਨਾ ਭਾਵ ਕਿ ਬੁੱਧੀ ਹੈ ਜਿਹੜੀ ਸਭ ਦੀ ਅਕਲ ਬਹੁਤ ਜਾਣਿਆਂ ਦੀ, ਉਹ ਇੱਕ ਇਕੱਠੀ ਮੈਜੋਰਟੀ ਬਣ ਗਈ। ਉਹ ਜਿੰਨਿਆਂ ਨੇ ਸੱਚਖੰਡ ਦੇ ਵਿੱਚ ਰਹਿਣ ਵਾਲੀਆਂ ਪ੍ਰਾਤਮਾਵਾਂ ਤੋਂ ਵੱਖ ਹਿੱਸਾ ਮੰਗਿਆ, ਫਿਰ ਉਹਨਾਂ ਦੇ ਲਈ ਤ੍ਰੇਤਾ ਬਣਿਆ। ਤ੍ਰੇਤਾ। ਫਿਰ ਉਹ ਸਾਰੀਆਂ ਹੀ ਪ੍ਰਾਤਮਾਵਾਂ ਨੂੰ ਤ੍ਰੇਤੇ ਦੇ ਵਿੱਚ ਰੱਖਿਆ। ਉੱਥੇ ਫਿਰ ਤ੍ਰੇਤੇ ਦੇ ਅੰਦਰ ਇਹਨੂੰ ਆਪਣੇ ਆਪੇ ਦਾ ਪਤਾ ਲੱਗ ਗਿਆ ਵੀ ਮੈਂ ਗਲਤ ਕਰ ਲਿਆ। ਉੱਥੇ ਫਿਰ ਇੱਕ ਪ੍ਰਸੰਗ ਚੱਲਿਆ ਕਿ ਹੁਣ ਇਹ ਜੋ ਗਲਤੀ ਹੋਈ ਹੈ, ਇਸ ਨੂੰ ਪੂਰੀ ਕਰਨਾ ਹੈ।
ਦੁਬਾਰਾ ਫੇਰ ਉਸੇ ਅਵਸਥਾ 'ਚ ਜਾਣਾ ਹੈ, ਰਾਜੇ ਰਾਮ ਹੀ ਬਣਨਾ ਹੈ। ਉੱਥੋਂ ਇੱਕ ਵਿਛੜੀ ਹੋਈ ਆਤਮਾ ਜੋ ਆਪਣੀ ਸੋਚ ਕਰਕੇ ਵਿਛੜੀ, ਕਈ ਜਨਮ ਬੀਤੇ, ਤਰ੍ਹਾਂ ਤਰ੍ਹਾਂ ਦੇ ਸਰੀਰ ਧਾਰੇ, ਤਾਂਗ ਉਸ ਨੂੰ ਮਿਲਣ ਦੀ ਹੈ। ਖੜੀ ਤੱਕਾ ਹਰ ਵੇਲੇ ਸੁਚੇਤ ਰਹਿੰਦੀ ਹੈ ਆਤਮਾ ਕਿ ਕਿਸੇ ਵੇਲੇ ਵੀ ਮੈਨੂੰ ਹੁਕਮ ਸੁਣ ਜਾਵੇ। ਉਹ ਆਨੰਦ ਅਵਸਥਾ ਦਾ ਫਿਰ ਮੈਂ ਮਾਣਾ। ਉਹ ਮਿਲਾਪ ਦੇ ਲਈ ਇਹ ਤਰਲੇ ਕਰਦੀ ਹੈ, ਜੋਦੜੀਆਂ ਕਰਦੀ ਹੈ ਕਿ ਮੈਨੂੰ ਉਹ ਆਨੰਦ ਮਿਲ ਸਕੇ। ਜਦੋਂ ਇਹ ਤ੍ਰੇਤੇ ਤੋਂ ਦੁਆਪਰ ਚ ਆਉਂਦੀ ਹੈ, ਦੁਆਪਰ ਹੁੰਦਾ ਮਾਤਾ ਦਾ ਗਰਭ। ਦੁਆਪਰ ਤੋਂ ਬਾਅਦ ਮਾਤਾ ਦੇ ਗਰਭ ਦੇ ਅੰਦਰ ਸਰੀਰ ਬਣਦਾ ਹੈ, ਜੋਤ ਬਣਾਉਂਦੀ ਹੈ ਤੇ ਸਰੀਰ ਧਾਰ ਕੇ ਫਿਰ ਇਹ ਆਉਂਦੀ ਹੈ ਮਿਰਤ ਲੋਕ ਦੇ ਅੰਦਰ। ਮਿਰਤ ਲੋਕ ਦੇ ਅੰਦਰ ਆ ਕੇ ਇਹ ਫਿਰ ਬੜਾ ਭਰਮਣ ਕਰਦੀ ਹੈ। ਪਰ ਜਦੋਂ ਇਹ ਤ੍ਰੇਤੇ ਦੇ ਵਿੱਚ ਹੁੰਦੀ ਹੈ, ਉੱਥੇ ਜਿਹੜਾ ਪ੍ਰਸੰਗ ਚੱਲਦਾ ਹੈ ਉਹਦੀ ਆਪਾਂ ਅੱਜ ਸਤਿਗੁਰ ਦੀ ਮਿਹਰ ਨਾਲ ਵਿਚਾਰ ਕਰਾਂਗੇ। ਆਪਣੇ ਆਪੇ ਨੂੰ ਨਾਲ ਲੈ ਕੇ ਤੁਰਿਓ। ਮਹਿਸੂਸ ਕਰਨਾ ਵਾ ਸੱਚਾਈ ਹੈ ਕਿ ਉਹ ਆਪਾਂ ਹੀ ਆ, ਕਿ ਆਪਣੇ ਨਾਲ ਹੀ ਇਹ ਭਾਣਾ ਉੱਥੇ ਵਰਤੇ। ਹੁਣ ਅਸੀਂ ਕੀ ਕਰਨਾ, ਉਹ ਸਾਰਾ ਵਿਖਿਆਨ ਵਾ ਪ੍ਰਸੰਗੀ ਸਤਿਗੁਰ ਉਸ ਵੇਲੇ ਪ੍ਰਾਤਮਾ ਨੂੰ ਹੁਕਮ ਹੋਇਆ ਇਸ ਜੀਵ ਨੂੰ ਉਸ ਵੇਲੇ ਇੱਕ ਸੁੰਦਰ ਬਿਲਕੁਲ ਚਿੱਟੇ ਰੰਗ ਦੀ ਚਾਦਰ ਦਿੱਤੀ ਗਈ, ਭਾਵ ਕਿ ਸੋਝੀ ਦਿੱਤੀ ਗਈ, ਹੁਕਮ ਦਿੱਤਾ ਗਿਆ ਜੋ ਰੇਸ਼ਮ ਤੋਂ ਵਧੇਕ ਅਮੁੱਲ ਬੇਸ਼ਕੀਮਤ ਚਾਦਰ ਦਿੱਤੀ ਤੇ ਨਾਲ ਹੀ ਆਖਿਆ ਕਿ ਇਸ ਨੂੰ ਸਾਂਭ ਕੇ ਰੱਖੀ। ਜਿੰਨਾ ਚਿਰ ਸਾਂਭ ਕੇ ਰੱਖੇਗਾ ਸੁੱਖ ਬਣੇ ਰਹਿਣਗੇ, ਸਦਾ ਹੀ ਮੇਰੇ ਅੰਗ ਸੰਗ ਰਹੇਗਾ। ਇਹ ਜੀਵ ਸਿੰਘ, ਜੀਵ ਆਤਮਾ ਉਸ ਚਾਦਰ ਨੂੰ ਪ੍ਰਾਪਤ ਕਰਕੇ ਬਹੁਤ ਖੁਸ਼ ਹੋਇਆ। ਸਦਾ ਹੀ ਪਰਮ ਪੁਰਖ ਦੀ ਗੋਦ ਵਿੱਚ ਰਹਿਣਾ, ਆਨੰਦ ਮਾਣ ਰਿਹਾ। ਇੱਕ ਦਿਨ ਉਸ ਪਰਮ ਪਿਤਾ ਨੇ ਵੇਖਿਆ ਕਿ ਇਹ ਜੀਵ ਹੁਣ ਸਮਝਦਾਰ ਹੋ ਗਿਆ। ਸੋਝੀ ਰੱਖਣ ਲੱਗ ਪਿਆ। ਤਾਂ ਉਸਨੇ ਜੀਵ ਸਿੰਘ ਨੂੰ ਵਾ ਜੀਵ ਆਤਮਾ ਨੂੰ ਆਪਣੇ ਕੋਲ ਬੁਲਾ ਕੇ ਆਖਿਆ ਕਿ ਮੈਂ ਤੈਨੂੰ ਫੇਰ ਸਿਮਰਨ ਕਰਵਾਉਣਾ, ਭਾਵ ਚੇਤਾ ਕਰਵਾਉਣਾ ਕਿ ਇਸ ਚਾਦਰ ਨੂੰ ਕੋਈ ਦਾਗ ਨਾ ਲੱਗੇ। ਇਹ ਧਿਆਨ ਰੱਖੀ। ਜਿਸ ਦਿਨ ਇਸ ਦਾ ਚਾਦਰ ਨੂੰ ਕੋਈ ਦਾਗ ਧੱਬਾ ਲੱਗ ਗਿਆ ਤਾਂ ਮੇਰੀ ਨਾਰਾਜ਼ਗੀ ਹੋ ਜਾਵੇਗੀ।
ਫਿਰ ਤੈਨੂੰ ਮੇਰਾ ਹੁਕਮ ਮੇਰੀ ਇੱਛਾ ਨਹੀਂ ਸੁਣੂਗੀ, ਨਾ ਤੂੰ ਉਸ ਨੂੰ ਸਮਝ ਸਕੇਗਾ, ਤੇ ਸਾਰੇ ਪਦਾਰਥ, ਸਾਰੇ ਆਤਮਿਕ ਸੁੱਖ ਉਹ ਬੰਦ ਹੋ ਜਾਣਗੇ, ਔਰ ਤੈਨੂੰ ਇਸ ਘਰ ਵਿੱਚੋਂ ਵੀ ਬਾਹਰ ਕੱਢ ਦਿੱਤਾ ਜਾਵੇਗਾ। ਹੁਣ ਤੂੰ ਸਿਆਣਾ ਹੈ, ਸਮਝਦਾਰ ਹੈ, ਇਸ ਗੱਲ ਦਾ ਧਿਆਨ ਰੱਖੀ। ਇਸ ਤਰ੍ਹਾਂ ਉਸ ਪਰਮ ਪੁਰਖ ਪਿਤਾ ਨੇ ਸੁਮਤ ਦਿੱਤੀ, ਸੋਝੀ ਦਿੱਤੀ। ਇਹ ਜੀਵ ਉਸ ਚਾਦਰ ਦੀ ਬੁੱਕਲ ਮਾਰ ਕੇ ਤੁਰ ਪਿਆ। ਤ੍ਰੇਤੇ ਚੋਂ ਦੁਆਪਰ ਚ ਆ ਗਿਆ, ਤੇ ਦੁਆਪਰ ਤੋਂ ਫਿਰ ਆ ਗਿਆ ਕਲਯੁਗ। ਦੁਆਪਰ ਦੇ ਵਿੱਚ ਇਹਦੇ ਉੱਤੇ ਚਾਦਰ ਦੀ ਬੁੱਕਲ ਸੀ। ਮਾਤਾ ਦੇ ਗਰਭ ਚ ਹੁਕਮ ਰੱਖਿਆ ਕਰਦਾ ਹੈ, ਹਰ ਇੱਕ ਪੱਖ ਤੋਂ ਬਚਾਉਂਦਾ ਆਉਂਦਾ ਹੈ। ਪ੍ਰਭ ਭਾਵੈ ਬਿਨ ਸਾਸ ਤੇ ਰੱਖੈ। ਸਰੀਰ ਬਣਦਾ ਪਰ ਸਾਹ ਵੀ ਨਹੀਂ ਆਉਂਦਾ, ਭੋਜਨ ਵੀ ਮਿਲਦਾ, ਹਜਮ ਵੀ ਹੁੰਦਾ, ਉਹਦੀ ਕੋਈ ਵਿਸਤਾ ਨਹੀਂ ਬਣਦੀ, ਕੋਈ ਖਾਧੇ ਪੀਤੇ ਦਾ ਵਾਸ਼ਰੂਮ ਨਹੀਂ ਬਣਦਾ। ਕਿਵੇਂ ਪਰਮੇਸ਼ਰ ਬਚਾ ਰਿਹਾ, ਇਸ ਖੁਦ ਜੀਵ ਨੂੰ ਪਤਾ ਹੈ ਜਾਂ ਉਸ ਹੁਕਮ ਨੂੰ ਪਤਾ ਹੈ। ਪਰ ਉਸ ਵੇਲੇ ਇਹਦੇ ਕੋਲ ਚਾਦਰ ਹੈ, ਬਿਲਕੁਲ ਸਾਫ਼ ਸ਼ੁੱਧ ਚਿੱਟੀ। ਜਦੋਂ ਜੀਵ ਸਰੀਰ ਧਾਰ ਕੇ ਮਾਤਾ ਦੇ ਗਰਭ ਚੋਂ ਬਾਹਰ ਆਇਆ, ਇਹ ਉਸ ਚਾਦਰ ਦੀ ਬੁੱਕਲ ਮਾਰ ਕੇ ਤੁਰ ਪਿਆ, ਭਾਵ ਕੇ ਬਾਹਰ ਆਇਆ। ਤੇ ਰਸਤੇ ਵਿੱਚ ਤੁਰਿਆ ਆਉਂਦਾ ਤੇ ਸੋਚਦਾ, ਸਮਝਦਾ ਨਹੀਂ, ਸੋਚ ਸ਼ੁਰੂ ਹੋ ਗਈ। ਸੋਚੈ ਸੋਚ ਨਾ ਹੋਵਈ, ਇਹਨੂੰ ਰੋਕ ਲਾਈ ਸੀ ਵੀ ਤੂੰ ਸੋਚੀ ਨਾ ਹੁਣ ਕੁਛ। ਸੋਚ ਤਾਂ ਤੂੰ ਲਿਆ, ਸੋਚ ਕਰਕੇ ਤਾਂ ਤੈਨੂੰ ਬਾਹਰ ਕੱਢਤਾ। ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲਹੁ ਰਾਮ। ਕਿਰਤ ਕੀਤੀ ਤੂੰ ਉੱਥੇ, ਕਰਤਾ ਬਣਨਾ ਚਾਹਿਆ, ਤੇ ਕਰਤਾ ਬਣਨਾ ਚਾਹਿਆ, ਸੋਚ ਪੈਦਾ ਕੀਤੀ, ਉਹਨਾਂ ਨੇ ਬਾਹਰ ਕੱਢਤਾ। ਇਹ ਇੱਥੇ ਨਹੀਂ, ਤੁਰਿਆ ਆਉਂਦਾ, ਸੋਚਦਾ ਆਉਂਦਾ ਕਿ ਹੁਣ ਤਾਂ ਮੈਂ ਜਵਾਨ ਹੋ ਗਿਆ, ਮੈਂ ਇਸ ਚਾਦਰ ਨੂੰ ਕਿਵੇਂ ਦਾਗ ਲੱਗਣ ਦੇਵਾਂਗਾ। ਮੈਂ ਕੋਈ ਨਿਆਣਾ, ਮੈਂ ਸਮਝਦਾਰ ਹਾਂ, ਮੇਰੇ ਕੋਲ ਬੁੱਧੀ ਹੈ, ਅਕਲ ਹੈ, ਜੋਸ਼ ਹੈ, ਹੋਸ਼ ਹੈ। ਮੇਰੇ ਵਰਗਾ ਕੌਣ ਹੈ? ਮੈਂ ਇੰਨਾ ਸੁੰਦਰ, ਇੰਨਾ ਚਤੁਰ, ਇੰਨਾ ਸਿਆਣਾ ਹਾਂ। ਇਸ ਤਰ੍ਹਾਂ ਸੋਚਦੇ ਸੋਚਦੇ ਇਹ ਜੀਵ ਸਿੰਘ ਤੁਰਿਆ ਆਉਂਦਾ। ਇਹ ਗੱਲ ਦੀ ਸੱਚਾਈ ਹੈ ਕਿ ਜਦੋਂ ਅਸੀਂ ਜਿਹੋ ਜਿਹਾ ਸੋਚੀ ਜਾਂਦੇ ਹਾਂ, ਸਾਡੇ ਤੇ ਉਸੇ ਤਰ੍ਹਾਂ ਦਾ ਪ੍ਰਭਾਵ ਪੈਣ ਲੱਗ ਜਾਂਦਾ ਹੈ। ਜਿਵੇਂ ਬੱਚੇ ਨੂੰ ਮਾਤਾ ਪਿਤਾ ਆਵਾਜ਼ ਮਾਰਨ ਤਾਂ ਬੱਚਾ ਪਛਾਣ ਲੈਂਦਾ ਵੀ ਇਹ ਮੇਰੇ ਮਾਂ-ਬਾਪ ਦੀ ਆਵਾਜ਼ ਹੈ, ਉਹ ਭੱਜਿਆ ਆਉਂਦਾ ਹੈ, ਕਿਉਂਕਿ ਉਹਦਾ ਆਪਣਤ ਹੈ। ਇਸੇ ਤਰ੍ਹਾਂ ਹੀ ਕੁਛ ਜੀਵ ਸਿੰਘ ਨਾਲ ਵੀ ਹੋਇਆ, ਭਾਵ ਸਾਡੇ ਆਪਣੇ ਨਾਲ ਵੀ ਹੋਇਆ। ਤੇ ਜੀਵ ਸਿੰਘ ਆਪਣੇ ਆਪ ਨਾਲ ਗੱਲਾਂ ਕਰਦਾ ਆਉਂਦਾ ਹੈ। ਤੇ ਇਸ ਜੀਵ ਸਿੰਘ ਦੇ ਅੰਦਰ ਹੀ ਇੱਕ ਬੈਠਾ ਪੁਰਸ਼, ਜੋ ਬਹੁਤ ਹੀ ਸੁੰਦਰ ਹੈ ਔਰ ਬੜਾ ਸਿਆਣਾ ਹੈ। ਜਦੋਂ ਜੀਵ ਸਿੰਘ ਨੇ ਉਸ ਨੂੰ ਆਵਾਜ਼ ਮਾਰੀ ਤੇ ਬੁਲਾਇਆ, ਉਹ ਇਹਦੇ ਨਜ਼ਦੀਕ ਆ ਗਿਆ। ਪੂਰੇ ਧਿਆਨ ਨਾਲ ਸੁਣਿਓ।
ਤੇ ਨਾਲ ਦੀ ਨਾਲ ਹੀ ਵਿਚਾਰਦੇ ਰਹੋ। ਜਦੋਂ ਉਹ ਜੀਵ ਸਿੰਘ ਦੇ ਕੋਲ ਆਇਆ, ਉਹਦਾ ਨਾਮ ਸੀ ਕਾਮਰੂਪ। ਉਹ ਬੜਾ ਸੁੰਦਰ, ਬਹੁਤ ਜ਼ਿਆਦਾ ਸੋਹਣਾ, ਤੇ ਉਸ ਨੂੰ ਵੇਖ ਕੇ ਜੀਵ ਸਿੰਘ ਦੇ ਅੰਦਰ ਬੜੀ ਤੇਜ਼ੀ ਪੈਦਾ ਹੋ ਗਈ। ਜੀਵ ਸਿੰਘ ਦੇ ਸਰੀਰ ਦੀਆਂ ਸਾਰੀਆਂ ਇੰਦਰੀਆਂ ਵਿੱਚ ਜੋਸ਼ ਭਰ ਗਿਆ, ਔਰ ਉਸ ਕਾਮ ਰੂਪ ਦਾ ਪ੍ਰਭਾਵ ਜੀਵ ਸਿੰਘ ਤੇ ਪੂਰਾ ਹੋ ਗਿਆ। ਜੀਵ ਸਿੰਘ ਆਪਣਾ ਆਪਾ ਭੁੱਲ ਗਿਆ। ਦੇਵਨੇਤ ਉਸੇ ਵੇਲੇ ਪਰਮ ਪਿਤਾ ਪਰਮੇਸ਼ਰ ਵੱਲੋਂ ਦਿੱਤੀ ਹੋਈ ਚਾਦਰ ਦਾ ਪੱਲਾ ਉੱਡ ਕੇ ਇਹਦੇ ਮੂੰਹ ਤੇ ਪਿਆ, ਪਰ ਇਸ ਦੇ ਉੱਪਰ ਉਸ ਕਾਮ ਰੂਪ ਦਾ ਇੰਨਾ ਪ੍ਰਭਾਵ ਸੀ, ਇਹਨੇ ਝੱਟ ਗੁੱਸੇ ਦੇ ਨਾਲ ਉਹ ਪੱਲਾ ਭਗਾ ਕੇ ਮਾਰਿਆ। ਤੇ ਜਦੋਂ ਪੱਲਾ ਭਗਾ ਕੇ ਮਾਰਿਆ ਤੇ ਚਾਦਰ ਦਾ ਇੱਕ ਲੜ ਸਰੀਰ ਤੋਂ ਥੱਲੇ ਡਿੱਗ ਪਿਆ, ਇੱਕ ਇਹਦੇ ਮੋਢੇ ਤੇ ਰਹਿ ਗਿਆ। ਤੇ ਸਾਹਮਣੇ ਕੀ ਵੇਖਦਾ ਹੈ? ਇੱਕ ਬਹੁਤ ਹੀ ਸੁੰਦਰ, ਜੋਬਨ ਭਰਪੂਰ, ਮਸਤ ਨੈਣ ਨਕਸ਼ਾਂ ਵਾਲੀ ਇਹਨੂੰ ਇੱਕ ਇਸਤਰੀ ਖੜੀ ਦਿਖਾਈ ਦਿੱਤੀ। ਉਹ ਅਸਲ ਵਿੱਚ ਇਹਦੀ ਆਪਣੀ ਹੀ ਅਕਲ ਸੀ, ਬੁੱਧੀ ਸੀ। ਪਰ ਇਹਨੇ ਉਹ ਇਸਤਰੀ ਪਹਿਲਾਂ ਵੀ ਇੱਕ ਵਾਰੀ ਵੇਖੀ, ਪਰ ਉਦੋਂ ਇਹਨੂੰ ਇਸ ਤਰ੍ਹਾਂ ਨਹੀਂ ਸੀ ਮਹਿਸੂਸ ਹੋਇਆ ਜਿਸ ਤਰ੍ਹਾਂ ਅੱਜ ਹੋ ਰਿਹਾ। ਇਸ ਜੀਵ ਸਿੰਘ ਦਾ ਮਨ ਤੇ ਤਨ ਦੋਏ ਉਸ ਇਸਤਰੀ ਦੇ ਉੱਪਰ ਲੋਭਾਇਮਾਨ ਹੋ ਗਏ। ਅਸਲ ਵਿੱਚ ਹੈ ਕੁਝ ਵੀ ਨਹੀਂ। ਸਤਿਗੁਰ ਜੀ ਸਮਝਾਉਂਦੇ ਹੈ, ਜੋ ਦਿਸੈ ਸੋ ਸਗਲ ਬਿਨਾਸੈ, ਜਿਉ ਵਾਦਰ ਕੀ ਛਾਈ, ਕਿ ਜੋ ਕੁਛ ਵੀ ਦੀਂਦਾ ਇਹਨੇ ਬਿਨਸ ਜਾਣਾ ਹੈ, ਕੁਛ ਵੀ ਨਹੀਂ ਹੈ, ਛੜਾਵ ਹੈ, ਤੂੰ ਬਚ ਕੇ ਰਹਿ। ਜਿਸ ਤਰ੍ਹਾਂ ਅਸੀਂ ਆਪਣਾ ਇੱਕ ਸ਼ੀਸ਼ਾ ਵੇਖਦੇ ਹਾਂ ਨਾ, ਤਾਂ ਹੁਣ ਸ਼ੀਸ਼ੇ ਦੇ ਵਿੱਚ ਅਸੀਂ ਆਪਣੇ ਆਪ ਨੂੰ ਉਸੇ ਤਰ੍ਹਾਂ ਹੀ ਦੇਖਦੇ ਹਾਂ, ਜਦ ਕਿ ਸ਼ੀਸ਼ੇ ਵਿੱਚ ਅਸੀਂ ਨਹੀਂ ਹੁੰਦੇ। ਸ਼ੀਸ਼ੇ ਵਿੱਚ ਸਾਡੇ ਸਰੀਰ ਦਾ ਅਕਸ਼ ਪੈਂਦਾ ਹੈ। ਇਸੇ ਤਰ੍ਹਾਂ ਹੀ ਜੀਵ ਸਿੰਘ ਨਾਲ ਹੋਇਆ। ਔਰ ਉਸ ਕਾਮ ਰੂਪ ਦਾ ਪ੍ਰਭਾਵ ਇੰਨਾ ਜ਼ਿਆਦਾ ਵੱਧ ਗਿਆ ਕਿ ਇਸ ਨੂੰ ਪਤਾ ਹੀ ਨਹੀਂ ਲੱਗਿਆ ਕਿ ਇਹਨੇ ਝੱਟ ਉਸ ਇਸਤਰੀ ਨੂੰ ਗਲਵੱਕੜੀ ਪਾ ਲਈ। ਬਸ ਗਲਵੱਕੜੀ ਪਾਉਣ ਦੀ ਦੇਰ ਸੀ, ਉਸੇ ਵੇਲੇ ਸ਼ੀਸ਼ਾ ਟੁੱਟ ਗਿਆ। ਜਿਸ ਵਿੱਚ ਇਹ ਆਪਣਾ ਅਕਸ਼ ਵੇਖ ਰਿਹਾ ਸੀ। ਸ਼ੀਸ਼ੇ ਦਾ ਕੱਚ ਖਿਲਰ ਗਿਆ, ਸਰੀਰ ਤੇ ਜ਼ਖਮ ਹੋ ਗਏ ਤੇ ਚਾਦਰ ਨੂੰ ਦਾਗ ਲੱਗ ਗਿਆ। ਜੋ ਰਤ ਪੀਵੈ ਮਾਨਸਾ, ਤਾਂ ਕਿਉ ਨਿਰਮਲ ਚੀਤ। ਜੇ ਰਤ ਲੱਗੈ ਕੱਪੜੈ, ਜਾਮਾ ਹੋਏ ਪਲੀਤ। ਚਾਦਰ ਨੂੰ ਦਾਗ ਲੱਗ ਗਿਆ ਤੇ ਜੋ ਸਰੀਰ ਵਿੱਚ ਗੰਦਾ ਖੂਨ ਸੀ, ਉਸ ਦਾ ਦਾਗ ਬੜਾ ਮਾੜਾ ਹੁੰਦਾ ਹੈ। ਹੁਣ ਇਹ ਜੀਵ ਸਿੰਘ ਡਰ ਗਿਆ।
कि ये की हो गया, मैं की कर बैठा। चादर वेखी मैली हो चुकी है। ਹੁਣ ਸੋਚਦਾ ਵੀ ਹੁਣ ਘਰੇ ਕਿਵੇਂ ਜਾਊਂਗਾ। ਪਰਮ ਪਿਤਾ ਗੁੱਸੇ ਹੋਵੇਗਾ। ਉਸਨੇ ਤਾਂ ਕਿਹਾ ਸੀ ਕਿ ਜਿੱਦਣ ਇਸ ਨੂੰ ਦਾਗ ਲੱਗ ਗਿਆ ਤਾਂ ਸਭ ਕੁਝ ਬੰਦ। ਹੁਣ ਕੀ ਕਰਾਂ, ਬਸ ਪਿਤਾ ਤੋਂ ਵਿਛੜ ਗਿਆ। ਕੁਝ ਸੁੱਝਦਾ ਨਹੀਂ, ਨੀਵੀਂ ਪਾਈ ਬੈਠਾ ਹੈ। ਸੋਚਦਾ ਹੈ ਕੀ ਕੀਤਾ ਜਾਵੇ। ਇੰਨੇ ਨੂੰ ਇਸ ਨੂੰ ਇੱਕ ਪੁਰਸ਼ ਮਿਲਿਆ। ਉਹ ਇਹਦੇ ਸਾਹਮਣੇ ਆਇਆ। ਉਹ ਬੜਾ ਸ਼ਕਤੀਸ਼ਾਲੀ ਸੀ। ਉਸਨੇ ਇਹਨੂੰ ਆ ਕੇ ਝੰਜੋੜਿਆ ਤੇ ਆਖਿਆ, ਕੀ ਹੋਇਆ, ਕਿਉਂ ਘਬਰਾਉਣਾ, ਮੈਂ ਤੇਰੇ ਨਾਲ ਆ, ਕੁਝ ਨਹੀਂ ਹੁੰਦਾ, ਚੱਲ ਉੱਠ, ਮੇਰੇ ਨਾਲ ਚੱਲ। ਉਹਦੀਆਂ ਗੱਲਾਂ ਸੁਣ ਕੇ ਇਹਦਾ ਮਨ ਉਹਦੇ ਨਾਲ ਜੁੜ ਗਿਆ। ਉਹਦੀ ਸੰਗਤ ਕੀਤੀ ਚੰਡਾਲ ਦੇਵ ਦੀ। ਜਦੋਂ ਚੰਡਾਲ ਦੇਵ ਦੀ ਸੰਗਤ ਕਰ ਲਈ ਤਾਂ ਫਿਰ ਕੀ ਹੋਇਆ, ਕਲੇਸ਼ ਸ਼ੁਰੂ ਹੋ ਗਿਆ। ਆ ਮੇਰਾ, ਆਹ ਤੇਰਾ, ਇਹ ਮੈਂ ਜਾਣ ਨਹੀਂ ਦਿੰਦਾ, ਤੂੰ ਹੱਥ ਲਾ ਕੇ ਦਿਖਾ। ਕਲੇਸ਼ ਐਸਾ ਹੋਇਆ, ਝਗੜਾ ਸ਼ੁਰੂ ਹੋ ਗਿਆ ਤੇ ਉਸ ਚਾਦਰ ਨੂੰ ਲਾ ਕੇ ਪਰੇ ਰੱਖ ਦਿੱਤਾ ਕਿ ਹੁਣ ਇਸ ਦੀ ਕੋਈ ਲੋੜ ਨਹੀਂ। ਉਸ ਚੰਡਾਲ ਦੇਵ ਦੇ ਨਾਲ ਰਹਿਣ ਲੱਗ ਗਿਆ। ਉਸ ਨਾਲ ਰਹਿੰਦਿਆਂ ਰਹਿੰਦਿਆਂ ਇਹਨੂੰ ਕਾਫੀ ਸਮਾਂ ਲੰਘਿਆ। ਸੰਸਾਰ 'ਚ ਆਪਣੀ ਧਾਕ ਦਿਵਾਉਣ ਲੱਗ ਪਿਆ। ਇੱਕ ਦਿਨ ਇਹਨੂੰ ਇੱਕ ਹੋਰ ਮਿਲਿਆ। ਉਹ ਬੜਾ ਚਲਾਕ ਬੰਦਾ। ਉਹਦੀਆਂ ਗੱਲਾਂ ਇੰਨੀਆਂ ਮਿੱਠੀਆਂ, ਇਹਦੇ ਹੱਕ ਦੀਆਂ, ਇਹਦੇ ਫਾਇਦੇ ਦੀਆਂ, ਇਹਨੂੰ ਪ੍ਰਭਾਵਿਤ ਕਰ ਗਈਆਂ। ਉਹ ਸੇਠ ਮੋਹ ਨਾਮ, ਉਹਦੇ ਨਾਲ ਇਹਨੇ ਪਾਰਟਨਰਸ਼ਿਪ ਕੀਤੀ, ਸੰਧੀ ਕਰ ਲਈ। ਫਿਰ ਇਹਨੂੰ ਸਿਆਣਪ ਆ ਗਈ ਵੀ ਆਹ ਚੀਜ਼ ਲੁਕੋ ਕੇ ਰੱਖਣੀ ਹੈ, ਇਹ ਸਾਂਭ ਕੇ ਰੱਖਣੀ ਹੈ। ਐਸਾ ਉਸ ਮੋਹ ਦੇਵ ਦੀ ਸੰਗਤ 'ਚ ਪਿਆ ਹੈ, ਇਹ ਆਪਣੇ ਆਪ ਨੂੰ ਜਕੜ ਕੇ ਬੈਠ ਗਿਆ। ਹੁਣ ਤਿੰਨੇ ਜਾਣੇ ਨੇ, ਜੀਵ ਸਿੰਘ, ਚੰਡਾਲ ਦੇਵ ਤੇ ਬੋਧ, ਜਿਹੜੀ ਚੀਜ਼ ਝਗੜੇ ਕਰਕੇ ਨਹੀਂ ਮਿਲਦੀ ਉਹ ਮੋਹ ਕਰਕੇ ਇਕੱਠੀ ਕਰਨ ਲੱਗ ਗਿਆ, ਤੇ ਜਿਹੜੀ ਮੋਹ ਕਰਕੇ ਨਹੀਂ ਮਿਲਦੀ ਉਹ ਝਗੜਾ ਕਰਕੇ ਕਰਨ ਲੱਗ ਗਿਆ। ਇਕੱਠਾ ਸ਼ੁਰੂ ਕਰ ਲਿਆ ਸਾਰਾ ਕੁਝ। ਬੜਾ ਕੁਛ ਇਕੱਠਾ ਕੀਤਾ। 40 ਗੰਜ ਮਾਇਆ ਜੋੜੀ ਕੌਰੂ ਨੇ, ਬਾਦਸ਼ਾਹ ਬਣਿਆ। ਸਿਕੰਦਰ ਨੇ ਬਹੁਤ ਕੁਛ ਕੀਤਾ। ਉਹਨਾਂ ਵਿੱਚੋਂ ਹੀ ਆਪਾਂ ਹੈ। ਜਿੰਨੀ ਕੁ ਪਹੁੰਚ ਹੈਗੀ ਆਪਾਂ ਵੀ ਨਹੀਂ ਘੱਟ ਹੈਗੇ। ਸੋ ਸਮਾਂ ਲੰਘਦਾ ਗਿਆ,
ਥੋੜੇ ਸਮੇਂ ਬਾਅਦ ਇੱਕ ਹੋਰ ਨਵਾਂ ਹੀ ਇਹਨੂੰ ਬੰਦਾ ਹੋਰ ਮਿਲ ਗਿਆ, ਕਿਉਂਕਿ ਹੁਣ ਵਪਾਰ ਵੱਧ ਗਿਆ, ਪਸਾਰ ਵੱਧ ਗਿਆ, ਪ੍ਰਚਾਰ ਵੱਧ ਗਿਆ। ਔਰ ਉਹਦੀ ਸੰਗਤ ਵਿੱਚ ਰਹਿੰਦਾ ਹੈ। ਮੋਹਦੇਵ ਇਹਨੂੰ ਨਾਲ ਦੀ ਨਾਲ ਸਿੱਖਿਆ ਦੇਣ ਲੱਗ ਗਿਆ। ਆ ਤੇਰੇ ਪੁੱਤਰ ਨੇ, ਇਹ ਤੇਰੀ ਘਰਵਾਲੀ ਹੈ, ਧੀਆਂ ਨੇ, ਇਹ ਚਾਚੇ ਨੇ, ਤਾਈਆਂ ਨੇ, ਮਾਮੇ ਨੇ, ਮਾਸੀਆਂ ਨੇ, ਆ ਸ਼ਰੀਕ ਨੇ, ਇਹਨਾਂ ਨਾਲ ਬਣਦੀ ਨਹੀਂ, ਇਹਨਾਂ ਨੂੰ ਘਰੇ ਨਹੀਂ ਬਣ ਦੇਣਾ। ਇਹ ਰਿਸ਼ਤੇਦਾਰੀਆਂ ਖੜੀਆਂ ਕਰ ਲਈਆਂ। ਪੁੱਤਰ ਧੀਆਂ ਵੱਡੇ ਹੋ ਗਏ, ਆਪ ਕਮਜ਼ੋਰ ਹੁੰਦਾ ਜਾਂਦਾ ਹੈ। ਹੁਣ ਪੁੱਤਰ ਧੀਆਂ ਜਵਾਨੀ ਚ ਨੇ, ਉਹ ਬੋਲਣ ਲੱਗ ਗਏ। ਉਹਨਾਂ ਦੇ ਸੁਭਾਅ ਵੱਖੋ ਵੱਖਰੇ ਹੈ। ਉਹ ਗੱਲ ਨਾ ਰਹੀ, ਜੀਵਨ ਰੁਕਣ ਲੱਗਿਆ, ਕੰਮ ਹੁੰਦਾ ਕੋਈ ਨਹੀਂ। ਥੱਕ ਗਿਆ, ਥੱਕ ਕੇ ਘਰੋਂ ਬਾਹਰ ਬੈਠਾ ਹੈ। ਭੰਨਾ ਘਾੜਤਾਂ 'ਚ ਜੀਵਨ ਕੱਢ ਰਿਹਾ। ਤਾਂ ਨੂੰ ਇੱਕ ਬਜ਼ੁਰਗ ਮਿਲਦਾ, ਜਿਹਦੇ ਹੱਥ ਵਿੱਚ ਕਾਸਾ ਫੜਿਆ, ਡੰਡਾ ਫੜਿਆ, ਬੜਾ ਮਜ਼ਬੂਤ। ਉਹ ਇਹਦੇ ਆ ਕੇ ਮੋਢੇ ਤੇ ਹੱਥ ਮਾਰਦਾ। ਕਿਵੇਂ ਹੈ ਜੀਵ ਸਿੰਘ? ਇਹ ਕਹਿੰਦਾ ਬਹੁਤ ਔਖੇ, ਜਿਨ੍ਹਾਂ ਲਈ ਇੰਨਾ ਕੁਛ ਕੀਤਾ ਉਹਨਾਂ ਨੇ ਐਂ ਕਰ। ਉਹ ਜਦੋਂ ਇਹਨੂੰ ਆਪਣੀ ਗੱਲ ਸੁਣਾਉਣ ਲੱਗਿਆ, ਉਹਦੀਆਂ ਗੱਲਾਂ ਦਾ ਅਸਰ ਇਹ ਤੇ ਫੇਰ ਹੋ ਗਿਆ। ਉਹਦਾ ਨਾਂ ਸੀ ਹੰਕਾਰ ਸਿੰਘ। ਉਸ ਦੀ ਸੰਗਤ ਕੀਤੀ, ਰੋਜ਼ ਉਹਦੇ ਕੋਲ ਬਹਿਣਾ, ਗੱਲਾਂ ਸੁਣਨੀਆਂ, ਫਿਰ ਘਰੇ ਆ ਕੇ ਕਹਿਣਾ, ਦੇਖ ਮੈਂ ਤੁਹਾਡੇ ਲਈ ਕੀ ਕੀਤਾ। ਪੈਲੀ ਬਣਾਈ, ਮਕਾਨ ਬਣਾਏ, ਸਰਪੰਚ ਬਣਿਆ, ਲੰਬੜਦਾਰੀ ਲਈ, ਸਾਰੇ ਪਿੰਡ ਵਿੱਚ ਪੂਰਾ ਸਿੱਕਾ ਮੇਰਾ। ਜੱਟ ਦੀ ਮੁੱਛ ਦੀ ਗੱਲ ਹੈ, ਮੈਂ ਐਂ ਕੀਤਾ, ਉਹ ਕੀਤਾ, ਕੋਈ ਕਦਰ ਨਹੀਂ ਪਾਈ ਤੁਸੀਂ। ਕੀ ਹੋਇਆ ਜੇ ਬੁੱਢਾ ਹੋ ਗਿਆ, ਸਭ ਕੁਛ ਵੇਚ ਦੂੰ, ਮੰਗਣ ਲਾ ਦੂੰ। ਇੰਨਾ ਕੁਛ ਬੋਲਦਾ। ਸਾਰਾ ਪਰਿਵਾਰ, ਜੋ ਕੁਟੁੰਬ ਰਚਿਆ, ਪਿੰਡ ਹੈ, ਸ਼ਹਿਰ ਹੈ, ਜਿੱਥੇ ਤੱਕ ਵੀ ਹੈ, ਜੀਵ ਸਿੰਘ ਤੇ ਉਹਦਾ ਜਿਹੜਾ ਕੁਟੁੰਬ ਹੈ, ਇਹ ਕੁਟੁੰਬ ਜੋ ਦੇਖਦਾ, ਸੋ ਚੱਲੈ ਨਾਹੀ ਤੇਰੇ ਨਾਲੇ। ਦੋ ਧਿਰਾਂ ਬਣ ਗਈਆਂ। ਇੱਕ ਦਿਨ ਜੀਵ ਸਿੰਘ ਕੁਛ ਉਦਾਸ ਵੀ ਹੋਇਆ, ਕੁਛ ਉਹਨੂੰ ਚੇਤਾ ਵੀ ਆਇਆ। ਤਾਂ ਉਹਦੇ ਕੋਲੇ ਇੱਕ ਬੰਦਾ ਫੇਰ ਆਉਂਦਾ ਹੈ, ਜਿਹਦਾ ਨਾਂ ਹੈ ਗਿਆਨ ਸਿੰਘ। ਜਦੋਂ ਗਿਆਨ ਸਿੰਘ ਇਹਦੇ ਕੋਲ ਆਇਆ, ਉਹਨੇ ਆ ਕੇ ਇਹਦੇ ਨਾਲ ਕੁਛ ਗੱਲਬਾਤ ਸ਼ੁਰੂ ਕੀਤੀ। ਇਹਨੂੰ ਗਿਆਨ ਸਿੰਘ ਦੀਆਂ ਗੱਲਾਂ ਚੰਗੀਆਂ ਬੜੀਆਂ ਲੱਗੀਆਂ, ਪਰ ਇਹਦੇ ਤੇ ਉਹਦਾ ਪ੍ਰਭਾਵ ਨਹੀਂ ਹੋਇਆ। ਤਾਂ ਗਿਆਨ ਸਿੰਘ ਨੇ ਇਹਨੂੰ ਆਖਿਆ,
ਜਦੋਂ ਇਹਨੇ ਸਾਰੀ ਆਪਣੀ ਬਿਰਥਾ ਵੀ ਉਹਨੂੰ ਦੱਸੀ ਤੇ ਗਿਆਨ ਸਿੰਘ ਆਖਣ ਲੱਗਿਆ ਵੀ ਚੱਲ ਮੇਰੇ ਨਾਲ ਚੱਲ, ਤੇ ਜੀਵ ਸਿੰਘ ਉਹਦੇ ਨਾਲ ਤੁਰ ਪਿਆ। ਇਸ ਨੂੰ ਸਹੀ ਰਸਤੇ ਤੇ ਤੁਰੇ ਜਾਂਦੇ ਨੂੰ ਦੇਖ ਕੇ ਜਿਹੜੇ ਇਹਦੇ ਨਾਲ ਪਹਿਲੇ ਸੰਗੀ ਸਨ, ਪਹਿਲੇ ਮਿੱਤਰ ਸੀ, ਉਹਨਾਂ ਨੂੰ ਤਕਲੀਫ ਹੋਈ ਵੀ ਜੇ ਗਿਆਨ ਸਿਉ ਜੀਵ ਸਿਉ ਨੂੰ ਲੈ ਗਿਆ ਫਿਰ ਤਾਂ ਆਪਾਂ ਗਏ, ਵੀ ਫਿਰ ਤਾਂ ਆਪਣਾ ਖਾਣ ਹੀ ਮਰ ਜੂ। ਉਹ ਸਾਰੇ ਹੀ ਜਾਣੇ ਵਾਰੀ ਵਾਰੀ ਇਹਦੇ ਕੋਲ ਆਏ। ਸਭ ਤੋਂ ਪਹਿਲਾਂ ਇਹਦੇ ਕੋਲ ਉਹੀ ਕਾਮਰੂਪ ਆਉਂਦਾ ਹੈ। ਉਸਨੇ ਆ ਕੇ ਜੀਵ ਸਿੰਘ ਨੂੰ ਰੋਕ ਲਿਆ ਤੇ ਆਪਣੀਆਂ ਗੱਲਾਂ ਦਾ ਅਸਰ ਪਾਉਣ ਲੱਗਿਆ। ਪਰ ਗਿਆਨ ਸਿੰਘ ਬੜਾ ਸੂਝਵਾਨ ਸੀ, ਸੋਝੀ ਰੱਖਣ ਵਾਲਾ। ਉਸ ਤੋਂ ਹੁਣ ਕਾਮਰੂਪ ਡਰਦਾ ਸੀ, ਪਰ ਪੂਰਾ ਪ੍ਰਭਾਵ ਨਾ ਪਾ ਸਕਿਆ। ਤੇ ਗਿਆਨ ਸਿਉ ਜੀਵ ਸਿਉ ਨੂੰ ਬਾਂਹ ਤੋਂ ਫੜ ਕੇ ਅੱਗੇ ਲੈ ਤੁਰ ਪਏ। ਤੇ ਤੁਰੇ ਜਾਂਦੇ ਨੂੰ ਗਿਆਨ ਸਿੰਘ ਨੇ ਜੀਵ ਸਿਉ ਨੂੰ ਬੜੀਆਂ ਗੱਲਾਂ ਸਿਖਾਈਆਂ, ਜੋ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਗਲਤ ਬੰਦਿਆਂ ਤੋਂ ਬਚਣ ਵਾਸਤੇ ਸਨ। ਅਜੇ ਆਪਸ ਵਿੱਚ ਗੱਲਾਂ ਕਰਦੇ ਤੁਰੀ ਜਾਂਦੇ ਆ, ਇੰਨੇ ਨੂੰ ਚੰਡਾਲ ਦੇਵ ਜੀ ਵੀ ਆ ਗਏ। ਵੈਸੇ ਤਾਂ ਗਿਆਨ ਸਿਉ ਤੋਂ ਚੰਡਾਲ ਦੇਵ ਜੀ ਡਰਦਾ ਸੀ, ਪਰ ਉਹ ਆਪਣੇ ਆਪ ਨੂੰ ਵੀ ਕੁਝ ਸਮਝਦਾ ਸੀ। ਤੇ ਚੰਡਾਲ ਦੇਵ ਨੇ ਜੀਵ ਸਿਉ ਦੇ ਉੱਪਰ ਆਪਣਾ ਪ੍ਰਭਾਵ ਪਾਇਆ। ਬਸ ਪ੍ਰਭਾਵ ਪਾਉਣ ਦੀ ਦੇਰ ਸੀ ਤੇ ਜੀਵ ਸਿਉ ਗਿਆਨ ਸਿਉ ਦੇ ਗਲ ਪੈ ਗਿਆ ਤੇ ਆਖਣ ਲੱਗਿਆ, ਛੱਡ ਯਾਰ, ਮੈਂ ਨਹੀਂ ਤੇਰੇ ਨਾਲ ਜਾਣਾ, ਤੂੰ ਤਾਂ ਐਵੇਂ ਹੋਰ ਹੀ ਗੱਲਾਂ ਮਾਰੀ ਜਾਂਦਾ, ਤੂੰ ਜਾ, ਮੈਂ ਤੇਰੇ ਤੋਂ ਕੀ ਲੈਣਾ, ਮੇਰੀ ਬਾਂਹ ਛੱਡ। ਜੇ ਨਾ ਛੱਡੀ ਤਾਂ ਡਾਂਗ ਹੈ ਹੱਥ 'ਚ। ਪਰ ਗਿਆਨ ਸਿਉ ਚੁੱਪ ਰਿਹਾ। ਉਸਨੇ ਆਪਣੀ ਸੂਝ ਦੇ ਨਾਲ ਜੀਵ ਸਿਉ ਨੂੰ ਸਮਝਾਇਆ ਕਿ ਗੱਲ ਸੁਣੋ, ਇਹਨਾਂ ਦੇ ਪਿੱਛੇ ਲੱਗ ਗਿਆ ਨਾ ਤੂੰ, ਬੁੱਢਾ ਵਾਰਾ ਹੈ, ਤੇਰੀਆਂ ਲੱਤਾਂ ਬਾਹਾਂ ਤੜਾ ਦੇਣੀਆਂ ਇਹਨੇ, ਮੁੜ ਕੇ ਜੋੜ ਨਹੀਂ ਲੱਗਣਾ। ਉਮਰ ਦਾ ਦੇਖ, ਕੁਝ ਸੋਚ, ਮੈਂ ਤੇਰੇ ਤੋਂ ਕੀ ਲੈਣਾ, ਮੈਂ ਤੇਰੇ ਭਲੇ ਵਾਸਤੇ ਹੀ ਕਹਿਣਾ, ਬਾਕੀ ਤੇਰੀ ਮਰਜ਼ੀ ਹੈ। ਗਿਆਨ ਸਿਉ ਦੀਆਂ ਖਰੀਆਂ ਖਰੀਆਂ ਗੱਲਾਂ ਸੁਣ ਕੇ ਜੀਵ ਸਿਉ ਡਰਦਾ ਗਿਆ, ਪਰ ਚੁੱਪ ਰਿਹਾ। ਉੱਠ ਕੇ ਗਿਆਨ ਸਿਉ ਦੇ ਮਗਰ ਤੁਰ ਪਿਆ ਤੇ ਗਿਆਨ ਸਿਉ ਨੇ ਤੁਰੇ ਜਾਂਦੇ ਨੂੰ ਫੇਰ ਸਮਝਾਇਆ, ਭਲਿਆ ਲੋਕਾਂ, ਇਹਨਾਂ ਦਾ ਕੀ ਹੈ, ਇਹ ਤਾਂ ਲੜਾ ਕੇ ਖੁਸ਼ ਨੇ, ਇਹ ਤਾਂ ਚਾਹੁੰਦੇ ਹੀ ਰਹਿੰਦੇ ਆ ਵੀ ਲੜਾਈ ਹੋਵੇ, ਸੱਟ ਫੇਟ ਲੱਗੇ, ਇਹਨਾਂ ਦਾ ਕੀ ਜਾਣਾ, ਤਕਲੀਫ ਤਾਂ ਤੈਨੂੰ ਹੋ, ਕੁਛ ਅਕਲ ਕਰ। ਇਹ ਹਜੇ ਗੱਲਬਾਤ ਚੱਲ ਹੀ ਰਹੀ ਸੀ, ਇੰਨੇ ਨੂੰ ਮੁਰਿਓ ਲੋਭ ਦੱਤ ਜੀ ਮਿਲ ਗਏ। ਜਦੋਂ ਲੋਭ ਦੱਤ ਜੀ ਨੇ ਆ ਕੇ ਜੀਵ ਸਿਉ ਨੂੰ ਵੇਖਿਆ ਕਿ ਗਿਆਨ ਸਿਉ ਤਾਂ ਇਹਨੂੰ ਭਰਮਾਈ ਜਾਂਦਾ, ਲੋਭ ਦੱਤ ਨੇ ਜੀਵ ਦੱਤ ਦੇ ਉੱਪਰ ਆਪਣਾ ਡਾਇਰੈਕਟ ਸਿੱਧਾ ਪ੍ਰਭਾਵ ਪਾਇਆ। ਤੇ ਜੀਵ ਸਿਉ ਗਿਆਨ ਸਿਉ ਨੂੰ ਕਹਿਣ ਲੱਗਿਆ, ਯਾਰ ਮੇਰੇ ਕੋਲ ਪੈਸਾ ਵੀ ਹੈ, ਜ਼ਮੀਨਾਂ ਵੀ ਨੇ, ਹੋਰ ਬਹੁਤ ਕੁਝ ਕਮਾ ਕੇ ਰੱਖਿਆ, ਉਹਨਾਂ ਦਾ ਕੀ ਬਣੇਗਾ, ਤੇਰੇ ਕੋਲ ਤਾਂ ਯਾਰ ਕੁਛ ਵੀ ਨਹੀਂ, ਤੇ ਮੇਰੇ ਕੋਲ ਤਾਂ ਇੰਨਾ ਕੁਝ ਕਮਾਇਆ, ਮੈਂ ਐਵੇਂ ਹੀ ਛੱਡ ਦਿਆਂ, ਤੂੰ ਤਾਂ ਯਾਰ ਕੱਲੀਆਂ ਗੱਲਾਂ ਹੀ ਮਾਰਦਾ, ਦਿਖਾਉਂਦਾ ਤਾਂ ਕੁਛ ਹੈ ਨਹੀਂ, ਛੱਡ ਯਾਰ,
तू जा। ਗਿਆਨ ਸਿਉ ਸਮਝ ਗਿਆ ਕਿ ਸਾਰੀ ਸ਼ਰਾਰਤ ਲੋਭ ਦੱਤ ਦੀ ਹੈ। ਗਿਆਨ ਸਿਉ ਨੇ ਜੀਵ ਸਿਉ ਨੂੰ ਆਖਿਆ ਵੀ ਚੱਲ ਠੀਕ ਹੈ, ਤੇਰੀ ਮਰਜ਼ੀ ਹੈ, ਪਰ ਇੱਕ ਗੱਲ ਦੱਸ। ਉਹ ਕਹਿੰਦਾ ਹਾਂ ਪੁੱਛ। ਕਹਿੰਦਾ ਜਿਹੜੀ ਜ਼ਮੀਨ ਹੈ, ਜਿਹੜਾ ਪੈਸਾ ਹੈ, ਜਿਹੜੀ ਕੋਠੀਆਂ ਨੇ, ਜਿਹੜੀਆਂ ਗੱਡੀਆਂ ਨੇ, ਤੂੰ ਇਹ ਦੱਸ ਦੇ ਵੀ ਤੂੰ ਨਾਲ ਲੈ ਜਾਏਗਾ। ਕਿਉਂ ਕਮਲਾ ਹੋਇਆ ਇਹਨਾਂ ਪਿੱਛੇ ਲੱਗ ਕੇ? ਮੇਰੀ ਮਨ, ਹਜੇ ਵੀ ਕੁਛ ਨਹੀਂ ਵਿਗੜਿਆ। ਮੈਂ ਤੈਨੂੰ ਇਹ ਨਹੀਂ ਕਹਿੰਦਾ ਵੀ ਇਹ ਚੀਜ਼ਾਂ ਛੱਡ ਦੇ, ਇਹ ਵੀ ਚੀਜ਼ਾਂ ਵਰਤ, ਜ਼ਮੀਨ ਵੀ ਵਰਤ, ਕੋਠੀਆਂ ਵੀ ਵਰਤ, ਪਰਿਵਾਰ 'ਚ ਵੀ ਰਹਿ, ਪਰ ਇਹਨੂੰ ਆਪਣੇ ਨਾ ਸਮਝ। ਇਹ ਤੇਰੇ ਆਪਣੇ ਨਹੀਂ, ਇਹ ਤੈਨੂੰ ਵਰਤਣ ਵਾਸਤੇ ਮਿਲੇ ਹੋਏ ਆ। ਆਪਣੇ ਤੇਰੇ ਕੋਈ ਹੋਰ ਨੇ। ਉਹ ਚੁੱਪ ਕਰ ਗਿਆ। ਜੀਵ ਸਿੰਘ ਨੇ ਸੋਚਿਆ ਵੀ ਯਾਰ ਗੱਲ ਤਾਂ ਹੁਣ ਗਿਆਨ ਸਿਉ ਦੀ ਠੀਕ ਹੈ, ਪਰ ਇਹ ਵੀ ਠੀਕ ਹੈ ਵੀ ਨਾਲ ਤਾਂ ਕੁਛ ਨਹੀਂ ਜਾਣਾ। ਉਹ ਕਹਿੰਦਾ ਚੱਲ ਬਈ ਚੱਲੀਏ। ਗਿਆਨ ਸਿਉ ਮੁਰੇ ਮੁਰੇ ਤੇ ਜੀਵ ਸਿਉ ਮਗਰ ਮਗਰ ਰਸਤਾ ਤੈਅ ਕਰਦੇ ਜਾਂਦੇ। ਇੱਕ ਥਾਂ ਤੇ ਜਾ ਕੇ ਉਹ ਕਹਿੰਦਾ ਵੀ ਬਹਿ ਜਾ। ਦੋਏ ਜਣੇ ਬੈਠ ਗਏ। ਬੈਠੇ ਨੇ ਦੋਏ ਜਾਣੇ, ਕੋਈ ਗੱਲਬਾਤ ਨਹੀਂ ਹੋ ਰਹੀ। ਇੰਨੇ ਨੂੰ ਮੋਹ ਰਾਮ ਜੀ ਵੀ ਆ ਗਏ। ਹੁਣ ਜਿਹੜਾ ਮੋਹ ਰਾਮ ਜੀ ਹੈ, ਇਹਦੀਆਂ ਗੱਲਾਂ ਬੜੀਆਂ ਮਿੱਠੀਆਂ ਨੇ, ਔਰ ਇੰਨੀ ਮਿਠਾਸ ਨਾਲ ਬੋਲਦਾ ਕਿ ਚੰਗੇ ਭਲੇ ਬੰਦੇ ਦਾ ਦਿਲ ਪਸੀਜ ਜਾਂਦਾ ਹੈ। ਨਮਸਕਾਰ ਕੀਤੀ। ਚਲਾਕ ਹੈ ਬਹੁਤ। ਆ ਕੇ ਜੀਵ ਸਿੰਘ ਨੂੰ ਫਤਿਹ ਬੁਲਾਈ। ਆਖਿਆ ਕਿਵੇਂ ਆ ਜੀਵ ਸਿੰਘ? ਉਹ ਕਹਿੰਦਾ ਜੀ ਠੀਕ ਹੈ। ਕਹਿੰਦਾ ਆਹ ਕੌਣ ਹੈ ਤੇਰੇ ਨਾਲ? ਹੁਣ ਪਤਾ ਤਾਂ ਸੀ ਮੋਹ ਜੀ ਨੂੰ ਵੀ ਇਹ ਗਿਆਨ ਸਿਉ ਹੈ, ਪਰ ਉਹ ਜੀਵ ਸਿਉ ਨੂੰ ਕਹਿੰਦਾ ਵੀ ਆਹ ਤੇਰੇ ਨਾਲ ਕੌਣ ਹੈ? ਕਹਿੰਦਾ ਜੀ ਇਹ ਗਿਆਨ ਸਿਉ ਹੈ। ਕਹਿੰਦਾ ਅੱਛਾ 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 ਅੱਛਾ, ਨਾ ਜੀ ਦੇ ਰੰਨ ਹੈ ਨਾ ਕੰਨ ਹੈ, ਇਹ ਤਾਂ ਵਿਹਲਾ ਲੋਕਾਂ ਨੂੰ ਨਸੀਹਤਾਂ ਦੇਣ ਵਾਲਾ ਹੈ, ਆਪ ਦਾ ਕੁਛ ਹੈ ਨਹੀਂ, ਲੋਕਾਂ ਨੂੰ ਕਹੀ ਜਾਊਗਾ ਨਾਲ ਕੁਛ ਨਹੀਂ ਜਾਣਾ, ਇੱਥੇ ਹੀ ਰਹਿ ਜਾਣਾ, ਕੀ ਹੈ ਜ਼ਮੀਨਾਂ 'ਚ, ਕੀ ਲੋੜ ਹੈ ਕਿਸੇ ਨਾਲ ਕੁਛ ਕਰਨ ਦੀ, ਕੀ ਲੋੜ ਹੈ ਧੀਆਂ ਪੁੱਤਾਂ 'ਚ ਰਹਿਣ ਦੀ। ਤੂੰ ਕੁਛ ਮਾੜੀ ਮੋਟੀ ਅਕਲ ਨੂੰ ਹੱਥ ਮਾਰ ਜੀਵ ਸਿਆਂ, ਤੇਰੇ ਤਾਂ ਧੀਆਂ ਪੁੱਤ ਨੇ, ਪੋਤਰੇ ਨੇ, ਦੋਤੇ ਨੇ, ਦੋਤੀਆਂ ਨੇ, ਪੜਾਉਣੇ ਨੇ, ਵਿਆਹ ਕਰਨੇ ਹੈ, ਉਹ ਕਰਨਾ ਆਹ ਕਰਨਾ। ਤੇ ਜੀਵ ਸਿਉ ਨੇ ਵੀ ਸੋਚਿਆ ਵੀ ਯਾਰ ਗੱਲ ਤਾਂ ਹੁਣ ਠੀਕ ਹੈ, ਇਹ ਵੀ ਗੱਲ ਸੱਚੀ ਹੈ। ਇੰਨੇ ਨੂੰ ਗਿਆਨ ਸਿਉ ਖੜਾ ਹੋਇਆ। ਉਹ ਕਹਿੰਦਾ ਵੀ ਚੱਲ ਚਲੀਏ ਜੀਵ ਸਿੰਘ, ਸਫ਼ਰ ਬੜਾ ਲੰਮਾ ਹੈ, ਛੇਤੀ ਛੇਤੀ ਨਿਬੇੜੀ ਹੈ, ਰਾਤ ਪੈਣ ਵਾਲੀ ਹੈ। ਅਜੇ ਗਿਆਨ ਸਿਉ ਬੋਲ ਹੀ ਰਿਹਾ ਤੇ ਜਦ ਉਹਨੇ ਪਿੱਛੇ ਨੂੰ ਦੇਖਿਆ ਤਾਂ ਜੀਵ ਸਿਉ ਉੱਥੇ ਹੀ ਖੜਾ ਤੇ ਉਸਨੇ ਆਵਾਜ਼ ਦਿੱਤੀ, ਜੀਵ ਸਿਆਂ ਖੜਾ ਕਿਉਂ ਹੈ? ਕੀ ਗੱਲ ਹੋਈ? ਦੱਸ ਤਾਂ ਸਹੀ। ਉਧਰ ਉਸੇ ਵੇਲੇ ਹਜੇ ਗੱਲਬਾਤ ਚੱਲਦੀ ਹੈ। ਗਿਆਨ ਸਿਉ ਜੀਵ ਸਿਉ ਨੂੰ ਕਹਿੰਦਾ ਵੀ ਚੱਲ। ਉਸੇ ਵੇਲੇ ਉਹ ਹੰਕਾਰ ਸਿਉ ਵੀ ਆ ਗਿਆ। ਹੁਣ ਉਹ ਦੋਏ ਇਕੱਠੇ ਹੋ ਗਏ, ਹੰਕਾਰ ਸਿੰਘ ਵੀ ਤੇ ਮੋਹ ਰਾਮ ਜੀ ਵੀ ਤੇ ਜੀਵ ਸਿਉ ਵੀ, ਕਿਉਂਕਿ ਮੋਹ ਰਾਮ ਜੀ ਨੇ ਪਹਿਲਾਂ ਹੀ ਉਹਨੂੰ ਬਹੁਤ ਕੁਛ ਭਰਤਾ।
ਤੇ ਹੰਕਾਰ ਸਿਓ ਕਹਿੰਦਾ ਵੀ ਮੈਂ ਤੇਰੇ ਨਾਲ ਆ ਯਾਰ। ਤੇ ਬਸ ਕਹਿਣ ਦੀ ਦੇਰ ਸੀ, ਕਹਿੰਦੇ ਆ ਨਾ ਵੀ ਲਲਕਾਰਾ ਬੰਦੇ ਦਾ ਕਤਲ ਕਰਾ ਦਿੰਦਾ ਹੈ। ਤੇ ਜੇ ਉਹੀ ਬੰਦਾ ਘੂਰ ਕੇ ਮੁਰਿਓ ਕੁਛ ਕਹਿ ਦੇਵੇ ਵੀ ਖਬਰਦਾਰ ਜੇ ਅੱਗੇ ਵਧੇ ਆ, ਤਾਂ ਉਹ ਕਤਲ ਰੁਕ ਵੀ ਜਾਂਦਾ ਹੈ। ਪਰ ਇੱਥੇ ਹੰਕਾਰ ਸਿੰਘ ਨੇ ਲਲਕਾਰਾ ਮਾਰਤਾ ਤੇ ਜੀਵ ਸਿਉ ਲੱਗ ਗਿਆ ਬੋਲਣ, ਤੂੰ ਕੌਣ ਹੁੰਦਾ ਓਏ ਮੈਨੂੰ ਲਿਜਾਣ ਵਾਲਾ? ਸਾਡੀ ਇੱਥੇ ਇੱਜ਼ਤ ਹੈ, ਤੂੰ ਲੋਕਾਂ ਨੂੰ ਐਵੇਂ ਭਰਮਾਉਂਦਾ ਫਿਰੀ ਜਾਂਦਾ। ਕਦੇ ਕਹਿੰਦਾ ਧੀਆਂ ਪੁੱਤਾਂ ਦੇ ਨਾਲ ਨਹੀਂ ਜਾਣਾ, ਕਦੇ ਕਹਿੰਦਾ ਜ਼ਮੀਨਾਂ ਦੇ ਨਾਲ ਨਹੀਂ ਜਾਣਾ, ਕਦੇ ਕਹਿੰਦਾ ਇਹਦੇ ਨਾਲ ਨਹੀਂ ਜਾਣਾ। ਤੂੰ ਚੁੱਪ ਕਰਕੇ ਤੁਰ ਜਾ, ਹੋਰ ਨਾ ਕਿਤੇ ਮੇਰੇ ਤੋਂ ਦਾੜੀ ਪਟਾ ਲਵੇ। ਮੈਂ ਤੇਰੀ ਹੁਣ ਤੱਕ ਲਿਹਾਜ਼ ਕੀਤੀ, ਚੁੱਪ ਕਰਕੇ ਤੁਰ ਜਾ। ਗਿਆਨ ਸਿਉ ਚੁੱਪ, ਕੁਛ ਨਾ ਬੋਲੇ।